ਹੋਮੋਪੈਥੀ जी तकरीबन 250 साल पुरानी हैगी है, जिवें लोहे लोहा कटदा। इस सिद्धांत के उपर होमोपैथी बनी हुई है कि जिहड़ा सिम्पटम नूं कॉज करदा हैगा उसे तरह के सिम्पटम नूं अगर किसी दे विच होण तां ਉਹ सबसटेंस ही ਉਹਦੇ वास्ते क्यूरेटिव सबसटेंस बन जाती है। जिवें सानूं पता कि होमोपैथी ਲੱਛਣਾਂ ਤੇ आधारित ਹੁੰਦੀ है। पेशेंट मरीज़ अपने ਲੱਛਣ ਦੱਸਦਾ ਹੈਗਾ ਤੇ ਉਹਨਾਂ ਲੱਛਣਾਂ ਦੇ ਅਨੁਸਾਰ ਫਿਰ ਅੱਗੇ ਦਵਾਈ ਦੀ ਚੋਣ ਹੁੰਦੀ ਹੈ। ਸੋ ਕਈ ਕੇਸਾਂ ਦੇ ਵਿੱਚ ਤਾਂ ਅਸੀਂ ਆਬਜ਼ਰਵੇਸ਼ਨ ਦੇ ਨਾਲ ਹੀ ਪੇਸ਼ੈਂਟ ਦੀ ਜਿਹੜੀ ਮੈਡੀਸਨ ਆ ਉਹ ਤੱਕ ਪਹੁੰਚ ਜਾਂਦੇ ਹਾਂ। ਅਸੀਂ ਪੇਸ਼ੈਂਟ ਦੀ ਸਾਰੀ ਹਿਸਟਰੀ ਨੂੰ ਸੁਣ ਕੇ ਬੜੀ ਡਿਟੇਲ ਦੇ ਵਿੱਚ ਜਦੋਂ ਆਪਣੀ ਸਾਰੀ ਕਹਾਣੀ ਨੂੰ ਪੇਸ਼ੈਂਟ ਸੁਣਾ ਦਿੰਦਾ ਹੈਗਾ, ਫਿਰ ਅਸੀਂ ਉਹਨੂੰ ਸਵਾਲ ਪੁੱਛਦੇ ਹਾਂ, ਉਸ ਗੱਲ ਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਇਸ ਦੀ ਤਕਲੀਫ ਦੀ ਜੜ ਕਿੱਥੇ ਹੈ। क्योंकि होमोपैथी जड़ नूं पट्टण दे विच बिलीव करदी है, ना कि सिर्फ उस दरख्त रूपी बीमारी दी जिहड़ियां टहनियां उन्हां नूं छांगण दे विच नहीं बिलीव करदी। बाकी दवाई हुंदी है 5 दिन खाओ तुहाडा ठीक हो जांदा। होमोपैथी तुहानूं महीना 2 महीना कई वारी 3 महीने भी डॉक्टर्स खाण नूं कहिंदे आ। इह इदां क्यों आ, ਉਹਦੇ बारे सानूं जानकारी है। अगर कोई होमोपैथ प्रैक्टिस करता जदों वो पूरी मेहनत करके दवाई की चोन करेगा तो उस दवाई की जी एक्शन की रफ्तार आ वो इन्नी तेज़ होएगी कि इन्नी होर कोई दवाई उन्होंने राहत नहीं पेशेंट नूं दे सकती जिन्नी तेज़ होमोपैथी। पर शर्त यह है कि दवाई की सही सिलेक्शन हुई होवे। सत श्री अकाल, तुसीं देख रहे हो प्राइम एशिया टीवी। तुहाडा सारिਆਂ ਦਾ बहुत स्वागत। मैं जोगराज सिंह कालू अज प्राइम हैल्थ प्रोग्राम एक बार फिर तो तुहाडे लई लैके हाज़र हाँ। तो अज इस सेहत संबंधी प्रोग्राम दे विच साडे नाल होम्योपैथी डॉक्टर RS सैनी ने। सैनी साहब का पहला असीं स्वागत करते हैं, फिर असीं डॉक्टर साहब नाल अज होम्योपैथी दे नाल संबंधित तुहाडे बड़े शिकवे दूर करने ने, तुहाडे बड़े जिहड़े कंसर्नस, तुहाडे बहुत सारे सवाल जिहड़े साडे प्राइम हैल्थ प्रोग्रामां च अक्सर सानूं आउंदे ने, उन्हां दे नाल आधारित ही असीं अज दीयां अगलियां गल्लां जिहड़ियां तंदां जोड़ के तुहाडे तक प्रोग्राम दे अखीर तक ना होम्योपैथी प्रति तुहाडे कई जिहड़ियां शंकावां जां सवाल ने वो दूर होणगे। सो डॉक्टर साहब नूं पहिलां असीं नाल जोड़दे हां ते एक एक करके गल अगे तोरांगे। डॉक्टर साहब सत श्री अकाल, जी आए हो जी, बहुत स्वागत। सत श्री अकाल कालू साहब, तुहानूं ते तुहाडे व्यूअर्स नूं मेरे वल्लों सत श्री अकाल। डॉक्टर साहब बड़े समय बाद तुहानूं पहिलां ते स्टूडियो दे विच मिले, नहीं तो अक्सर तुहाडे क्लीनिक ही मिलदे रहे हां। ਤੇ ਸਿਹਤਾਂ ਤੁਹਾਡੀਆਂ ਕਿਵੇਂ ਪਹਿਲਾਂ ਠੀਕ ਠਾਕ ਨੇ? ਬਹੁਤ ਅੱਛਾ ਜੀ, ਬਹੁਤ ਵਧੀਆ, ਰੱਬ ਦੀ ਕਿਰਪਾ ਜੀ। ਉਲਟਾ ਕੰਮ ਹੈ, ਡਾਕਟਰ ਸਾਹਿਬ ਨੂੰ ਅਸੀਂ ਪੁੱਛਦੇ ਵੀ ਤੁਹਾਡੀਆਂ ਸਿਹਤਾਂ ਕਿਵੇਂ? ਇਹਦਾ ਮਤਲਬ ਤੁਸੀਂ ਖੁਦ ਤੰਦਰੁਸਤ ਹੋ। ਤੁਹਾਨੂੰ ਪਤਾ ਲੱਗਦਾ ਤੰਦਰੁਸਤ ਹੋ, ਤੰਦਰੁਸਤ ਰਹੋ। ਨਹੀਂ, ਬਿਲਕੁਲ ਠੀਕ ਹੈ। ਮੈਂ ਦੱਸਦਾ ਵੀ ਡਾਕਟਰ ਸਾਹਿਬ ਅਕਸਰ ਜਿਹੜੀਆਂ ਬਹੁਤ ਸਾਰੀਆਂ ਸਪੋਰਟਸ ਦੇ ਵਿੱਚ ਖੁਦ ਵੀ ਅਜੇ ਬਹੁਤ ਪਾਰਟਿਸਿਪੇਟ ਕਹਿੰਦੇ ਨੇ ਤੇ ਐਕਟਿਵ ਨੇ। ਤੇ ਰੀਸੈਂਟਲੀ ਜਿਹੜੀਆਂ ਗੇਮਸ ਹੋਈਆਂ, ਇਹ ਗੇਮਸ ਕੀ ਸੀ ਸਪੈਸੀਫਿਕਲੀ, ਉਹਦੇ ਬਾਰੇ ਦੱਸ ਦਿਓ। ਤੇ 5 골ਡ ਮੈਡਲ ਡਾਕਟਰ ਸਾਹਿਬ ਨੇ ਖੁਦ ਜਿੱਤੇ ਨੇ ਹਾਲ ਹੀ ਵਿੱਚ। ਡਾਕਟਰ ਸਾਹਿਬ ਉਹਦੇ ਲਈ ਤੁਹਾਨੂੰ ਬਹੁਤ ਵਧਾਈਆਂ। ਥੈਂਕ ਯੂ ਵੈਰੀ ਮੱਚ। ਇਹ BC ਸੀਨੀਅਰ ਗੇਮ ਸੀਗੀਆਂ ਜੀ, ਹੁਣ ਪਿਛਲੇ ਜਿਹੜਾ ਬੁੱਧਵਾਰ ਸ਼ੁਰੂ ਹੋਈਆਂ ਸੀ, ਅੱਜ ਤੋਂ ਹਫ਼ਤਾ ਪਹਿਲਾਂ, ਤੇ ਸੈਟਰਡੇ ਇਹ ਖਤਮ ਹੋਈਆਂ ਸੀ ਜੀ। 4 ਦਿਨ ਦੀਆਂ ਸੀ ਐਟ ਐਬਟਸਫੋਰਡ ਜੀ। ਤੇ ਉਹਦੇ ਵਿੱਚ ਮੈਂ 5 ਐਕਟੀਵਿਟੀਜ਼ ਦੇ ਵਿੱਚ ਟਰੈਕ ਐਂਡ ਫੀਲਡ 'ਚ ਹਿੱਸਾ ਲਿਆ ਸੀ ਤੇ 5 'ਚ ਹੀ ਮੈਡਲ, ਤੇ 5 'ਚ ਹੀ ਮੈਡਲ ਜਿੱਤੇ ਜੀ। 4 골ਡ ਮੈਡਲ ਤੇ 1 ਸਿਲਵਰ। 1 ਸਿਲਵਰ। 10K ਰਨ ਦੇ ਵਿੱਚ 골ਡ ਹੈ, 5000K ਰਨ ਦੇ ਵਿੱਚ 골ਡ ਹੈ, 5000K ਪਾਵਰ ਵਾਕ ਦੇ ਵਿੱਚ 골ਡ ਹੈ, ਤੇ 1500 ਰੇਸ ਵਾਕ ਦੇ ਵਿੱਚ 골ਡ ਹੈ, ਤੇ ਨਾਲ ਰਿਲੇ ਰੇਸ ਦੇ ਵਿੱਚ ਵੀ। ਸੋ ਇਸ ਤਰ੍ਹਾਂ ਕਰਕੇ 4 골ਡ ਤੇ 1 ਸਿਲਵਰ ਮਿਲਿਆ ਹੈਗਾ। ਡਾਕਟਰ ਸਾਹਿਬ ਕਿਸੇ ਦਿਨ ਤੁਹਾਡੇ ਨਾਲ ਗਰਾਊਂਡ ਜਾਣਾ ਪੈਣਾ। ਕੋਈ ਨਹੀਂ, ਚੱਲਾਂਗੇ, ਜ਼ਰੂਰ ਮਿਲੇਗਾ, ਵੈਲਕਮ ਐਨੀ ਟਾਈਮ। ਤੁਸੀਂ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਬੜੀਆਂ ਯੋਗਾ ਦੀਆਂ ਜਾਂ ਹੋਰ ਐਕਟੀਵਿਟੀਜ਼ ਪੋਸਟ ਕਰਦੇ ਰਹਿੰਦੇ, ਵਧੀਆ ਲੱਗਦਾ। ਜਦੋਂ ਖੁਦ ਅਸੀਂ ਡਾਕਟਰ ਹੋ ਕੇ ਐਗਜ਼ਾਮਪਲ ਸੈੱਟ ਕਰਦੇ ਹਾਂ ਨਾ ਇੱਕ, ਤੇ ਉਹ ਲੋਕਾਂ ਦੇ ਅਸਰ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ। ਖੈਰ, ਕਿਸੇ ਦਿਨ ਇਸ ਵਿਸ਼ੇ ਤੇ ਲੰਬੀ ਚੌੜੀ ਗੱਲ ਕਰਾਂਗੇ। ਮੈਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪੁੱਛਣੀਆਂ ਸੀ ਵੀ 10000 ਮੀਟਰ ਦੌੜਨਾ ਕਿ ਅੱਜ ਕੱਲ੍ਹ ਸਾਡੇ ਵਰਗਿਆਂ ਲਈ ਔਖਾ, ਤੇ ਤੁਸੀਂ ਦੌੜ ਕੇ ਉਹ ਚੀਜ਼ ਪੂਰੀ ਕਰਤੀ। ਉਹਦੇ ਲਈ ਸਾਨੂੰ ਕੋਈ ਗੁਣ ਇੱਕ ਅੱਧਾ ਦੇ ਜੋ ਜਾਂਦੇ ਜਾਂਦੇ। ਜ਼ਰੂਰ ਜੀ। ਤੇ ਉਹ ਤਾਂ ਇੱਕ ਰੈਗੂਲਰ ਪ੍ਰੈਕਟਿਸ ਦਾ ਇੱਕ ਜਿਹੜਾ ਹੈਗਾ ਪੋਸੀਬਿਲਿਟੀ ਹੈਗੀ ਹੈ ਜੀ। ਜੇ ਤੁਸੀਂ ਲੱਗੇ ਰਹੋ, ਰੈਗੂਲਰ ਕਰਦੇ ਰਹੋ ਪ੍ਰੈਕਟਿਸ, ਤਾਂ ਕੁਝ ਵੀ ਅਸੰਭਵ ਨਹੀਂ ਹੈਗਾ ਜੀ। ਯੂ ਕੈਨ ਅਚੀਵ ਐਨੀਥਿੰਗ। ਬਿਲਕੁਲ ਠੀਕ ਹੈ। ਸੋ ਡਾਕਟਰ ਸਾਹਿਬ ਕਿਸੇ ਦਿਨ ਆਪਾਂ ਇੱਥੇ ਵੀ ਗੱਲ ਕਰਾਂਗੇ ਵੀ ਰੋਜ਼ ਗਰਾਊਂਡ ਜਾਣਾ ਕਿੰਨਾ ਜ਼ਰੂਰੀ ਹੈ, ਰੋਜ਼ ਵਰਕਆਊਟ ਕਰਨਾ, ਐਕਸਰਸਾਈਜ਼ ਕਰਨਾ, ਚਾਹੇ ਤੁਸੀਂ ਫਿੱਟ ਵੀ ਹੋ, ਹੈਲਦੀ ਵੀ ਹੋ, ਪਰ ਫਿਰ ਵੀ ਕਿਉਂ ਜ਼ਰੂਰੀ ਆ, ਉਹ ਤੇ ਵੱਖਰੀ ਗੱਲ। ਪਰ ਅੱਜ ਅਸੀਂ ਜਿਹੜਾ ਵਿਸ਼ਾ ਗੱਲ ਕਰਨਾ ਉਹ ਹੋਮੋਪੈਥੀ ਦੇ ਨਾਲ। ਹੋਮੋਪੈਥੀ ਪਹਿਲਾਂ ਤੇ ਅਜੇ ਤੱਕ ਮੈਨੂੰ ਵੀ ਲੱਗਦਾ ਕਿ ਸਾਡੇ ਭਾਈਚਾਰੇ 'ਚ ਖਾਸ ਕਰਕੇ ਅਵੇਅਰਨੈਸ ਦੀ ਹੀ ਘਾਟ ਆ ਵੀ ਹੋਮੋਪੈਥੀ ਕੀ ਆ।
ਹਾਲੇ ਉਹਦੀ ਵੀ ਪ੍ਰੋਪਰ ਤਰੀਕੇ ਨਾਲ ਜੇ ਕਹਿ ਰਹੀਏ ਜਾਣਕਾਰੀ ਹਰ ਇੱਕ ਬੰਦੇ ਨੂੰ ਹੈ ਨਹੀਂ, ਅਜੇ ਵੀ ਕਈਆਂ ਦੇ ਦਿਮਾਗ ਦੇ ਵਿੱਚ ਗਲਤ ਪ੍ਰੈਡਿਕਸ਼ਨਸ ਬੈਠੀਆਂ ਨੇ, ਚਾਹੇ ਪਾਈਆਂ ਗਈਆਂ ਨੇ, ਚਾਹੇ ਬਣਾਈਆਂ ਗਈਆਂ ਨੇ, ਚਾਹੇ ਫਿੱਟ ਕੀਤੀਆਂ ਗਈਆਂ ਨੇ। ਮੰਨਦੇ ਹੋ ਇਸ ਗੱਲ ਨੂੰ? ਹੈਗੀਆਂ, ਹਾਂ ਹੈਗੀਆਂ ਧਾਰਨਾਵਾਂ ਜਿਹੜੀਆਂ ਬਣੀਆਂ ਹੁੰਦੀਆਂ, ਕਈ ਸੁਪਰਸਟੀਸ਼ੀਅਸ ਗੱਲਾਂ ਹੁੰਦੀਆਂ, ਆਪਾਂ ਕਈ ਸੁਣੀ ਗੱਲ ਦੇ ਉੱਪਰ ਵਿਸ਼ਵਾਸ ਕਰ ਲੈਂਦੇ ਹਾਂ, ਜਦ ਕਿ ਕਈ ਸੁਣੀ ਗੱਲ ਤਾਂ ਜਿਹੜੀ ਹੈ ਉਹ ਅਫਵਾਹ ਹੁੰਦੀ ਆ। ਅਫਵਾਹਾਂ ਕਦੇ ਸੱਚ ਨਹੀਂ ਹੁੰਦੀਆਂ। ਤਾਂ ਹਰ ਇੱਕ ਜਿਹੜੀ ਇਨਫੋਰਮੇਸ਼ਨ ਹੈ ਕਿਸੇ ਵੀ ਸਬਜੈਕਟ ਦੇ ਪ੍ਰਤੀ ਹੋਵੇ ਭਾਵੇਂ ਉਹ ਜਿਹੜੀ ਇੱਕ ਸਟੀਕ ਇਨਫੋਰਮੇਸ਼ਨ ਆ ਉਹ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ। ਤੇ ਸਟੀਕ ਇਨਫੋਰਮੇਸ਼ਨ ਨੂੰ ਲੋਕਾਂ ਤੱਕ, ਕੰਜ਼ਿਊਮਰਸ ਤੱਕ ਪਹੁੰਚਾਉਣ ਵਾਸਤੇ ਇਹ ਜ਼ਰੂਰੀ ਹੈ ਕਿ ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ, ਟਾਕ ਸ਼ੋਅ ਕਰ ਰਹੇ ਹਾਂ, ਤਾਂ ਕਿ ਕਮਿਊਨਿਟੀ ਦੇ ਵਿੱਚ ਜਿਹੜੇ ਬੰਦੇ ਲਿਸਨ ਕਰਦੇ ਆ, ਸੁਣਦੇ ਆ, ਵੇਖਦੇ ਆ, ਉਹਨਾਂ ਨੂੰ ਇੱਕ ਸਹੀ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੋਵੇ। ਬਿਲਕੁਲ ਠੀਕ ਹੈ। ਅਸੀਂ ਪ੍ਰੋਗਰਾਮ ਤੋਂ ਪਹਿਲਾਂ ਡਾਕਟਰ ਸਾਹਿਬ ਗੱਲ ਕਰਦੇ ਸੀ ਵੀ ਹੋਮਿਓਪੈਥੀ ਕੀ ਆ, ਜਾਂ ਇਹਦੇ ਬਾਰੇ ਅਸੀਂ ਜੋ ਵੀ ਸਾਡੀ ਗੱਲ ਚੱਲਦੀ ਉਹਦੇ 'ਚੋਂ ਤੁਸੀਂ ਇੱਕ ਟਰਮ ਤੁਹਾਡੀ ਕਲਾਸੀਕਲ ਹੋਮਿਓਪੈਥੀ ਦੀ ਗੱਲ ਤੁਸੀਂ ਕਰਦੇ ਸੀ, ਉਹਦੇ ਬਾਰੇ ਥੋੜ੍ਹਾ ਜਿਹਾ ਪਹਿਲਾਂ ਦੱਸੋ ਵੀ ਕਲਾਸੀਕਲ ਹੋਮਿਓਪੈਥੀ ਕੀ, ਹੋਮਿਓਪੈਥੀ 'ਚੋਂ ਕੋਈ ਵੱਖਰੀ ਕਾਇੰਡ ਆ ਕਿ ਇਹ ਜਾਂ ਕੀ ਆ ਜਾਂਦੀ ਹੈ? ਕਾਲੋ ਸਾਹਿਬ, ਕਲਾਸੀਕਲ ਹੋਮਿਓਪੈਥੀ ਉਹ ਹੋਮਿਓਪੈਥੀ ਹੈ ਜਿਹੜੀ ਕਿ ਇੱਕ ਮੁੱਢ ਤੌਰ 'ਤੇ ਡਾਕਟਰ ਸੈਮੂਅਲ ਹਨੀਮੈਨ ਨੇ ਜਦੋਂ ਇਹਦਾ ਇਜਾਦ ਕੀਤਾ ਸੀ 200 ਸਾਲ ਤੋਂ ਵੀ ਪਹਿਲਾਂ, ਤਾਂ ਕਲਾਸੀਕਲ ਹੋਮਿਓਪੈਥੀ ਦੀ ਉਹਨਾਂ ਨੇ ਫਾਊਂਡਿੰਗ ਕੀਤੀ ਸੀ, ਉਹਨਾਂ ਨੇ ਇਹਦੀ ਇੱਕ ਖੋਜ ਕੀਤੀ ਸੀਗੀ। ਤੇ ਕਲਾਸੀਕਲ ਹੋਮਿਓਪੈਥੀ ਕੀ ਹੈ? ਜਿਵੇਂ ਸਾਨੂੰ ਪਤਾ ਕਿ ਹੋਮਿਓਪੈਥੀ ਲੱਛਣਾਂ 'ਤੇ ਆਧਾਰਿਤ ਹੁੰਦੀ ਹੈ। ਪੇਸ਼ੈਂਟ, ਮਰੀਜ਼ ਆਪਣੇ ਲੱਛਣ ਦੱਸਦਾ ਹੈਗਾ ਤੇ ਉਹਨਾਂ ਲੱਛਣਾਂ ਦੇ ਅਨੁਸਾਰ ਫਿਰ ਅੱਗੇ ਦਵਾਈ ਦੀ ਚੋਣ ਹੁੰਦੀ ਹੈ। ਪਰ ਕਲਾਸੀਕਲ ਹੋਮਿਓਪੈਥੀ ਦੇ ਨਾਲ ਜਿੱਥੇ ਲੱਛਣਾਂ ਦੀ ਬਹੁਤ ਇੰਪੋਰਟੈਂਸ ਹੈ, ਨਾਲ ਦੀ ਨਾਲ ਇਹ ਵੀ ਇੰਪੋਰਟੈਂਸ ਹੈ ਕਿ ਉਹ ਲੱਛਣ ਕਿਸ ਵੇਲੇ ਉਹਨੂੰ ਆਉਂਦਾ, ਕਿਸ ਵੇਲੇ ਉਹਨੂੰ ਉਹ ਤੰਗ ਕਰਦਾ ਹੈਗਾ, ਤੇ ਉਸ ਲੱਛਣ ਨੂੰ ਕਿਸ ਤਰ੍ਹਾਂ ਆਰਾਮ ਮਿਲਦਾ ਹੈਗਾ ਬਗੈਰ ਦਵਾਈ ਤੋਂ। ਪੇਸ਼ੈਂਟ ਕੀ ਕਰਨਾ ਚਾਹੁੰਦਾ ਤਾਂ ਕਿ ਉਹਦੇ 'ਚ ਅੱਛਾ ਮਹਿਸੂਸ ਕਰੇ, ਉਹਦੇ ਸੁਭਾਅ ਦੇ ਉੱਪਰ ਕੀ ਪ੍ਰੋਬਲਮ, ਕੀ ਔਖਿਆਈ, ਕੀ ਚੇਂਜ ਆ ਰਹੀ ਹੈ ਉਸ ਲੱਛਣ ਦੇ, ਬਿਮਾਰੀ ਦੇ ਚੱਲਦੇ ਹੋਏ, ਉਸ ਦੇ ਰਿਲੇਸ਼ਨਸ਼ਿਪ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ, ਉਹਦੇ ਦਿਨ ਪ੍ਰਤੀ ਦਿਨ ਦੇ ਕੰਮਕਾਰ ਦੇ ਵਿੱਚ ਉਹ ਤਕਲੀਫ ਜਾਂ ਉਹ ਲੱਛਣ ਕੀ ਸਮੱਸਿਆ ਕ੍ਰੀਏਟ ਕਰਦਾ ਪਿਆ ਹੈਗਾ, ਉਸ ਦੇ ਬਿਜ਼ਨਸ ਦੇ ਵਿੱਚ ਉਹ ਕੀ ਪ੍ਰੋਬਲਮ ਕ੍ਰੀਏਟ ਕਰਦਾ ਪਿਆ। ਤਾਂ ਇਹਨਾਂ ਸਾਰੇ ਐਂਗਲਸ ਨੂੰ ਦੇਖਦਿਆਂ ਹੋਇਆਂ, ਲੱਛਣ ਤਾਂ ਇੱਕ ਹੈ ਬਿਮਾਰੀ ਦਾ, ਪਰ ਉਹਦੀਆਂ ਜਿਹੜੀਆਂ ਤੰਦਾਂ ਨੇ ਉਹ ਕਈ ਜਗ੍ਹਾ ਵੱਜੀਆਂ ਹੋਈਆਂ ਉਸ ਪੇਸ਼ੈਂਟ ਦੇ ਨਾਲ, ਉਹਦੇ ਸੁਭਾਅ ਦੇ ਨਾਲ ਵੀ, ਤੇ ਹੋਰ ਜਿਹੜੇ ਉਹਦੇ ਦਿਨ ਪ੍ਰਤੀ ਦਿਨ ਕਾਰਜਕਾਲ ਦੇ ਖੇਤਰ ਨੇ ਉਹਦੇ ਨਾਲ ਵੀ ਜੁੜੀ ਹੋਈ ਹੈ। ਤੇ ਇਹਨਾਂ ਸਾਰੀਆਂ ਤੰਦਾਂ ਨੂੰ ਪਛਾਣਨਾ ਨਾਲ ਦੀ ਨਾਲ ਉਸ ਤਕਲੀਫ ਦੇ ਚੱਲਦੇ ਹੋਏ, ਇਹ ਕਲਾਸੀਕਲ ਹੋਮਿਓਪੈਥੀ ਹੈ। ਅੱਛਾ, ਹੋਮਿਓਪੈਥੀ ਕਿੰਨੇ ਕੁ ਸਾਲ ਪੁਰਾਣੀ ਹੈ ਜੀ? ਕਈਆਂ ਨੂੰ ਤਾਂ ਲੱਗਦਾ ਕਿ ਬਹੁਤ ਪੁਰਾਣੀ ਹੈ, ਜਾਂ ਕਿੰਨੀ ਕੁ, ਉਹਦੇ ਬਾਰੇ ਥੋੜੀ ਸ਼ੰਕਾ ਕਲੀਅਰ ਕਰੋ। ਹੋਮਿਓਪੈਥੀ ਜੀ ਤਕਰੀਬਨ 250 ਸਾਲ ਪੁਰਾਣੀ ਹੈਗੀ ਹੈ। ਡਾਕਟਰ ਸੈਮੂਅਲ ਹਨੀਮੈਨ ਹੁੰਦੇ ਸੀ, ਜਰਮਨ ਫਿਜ਼ਿਸਿਸਟ ਤੇ MD ਡਾਕਟਰ ਸੀਗੇ, ਤੇ ਉਹਨਾਂ ਨੇ ਜਿਹੜੀ ਇਸ ਦੀ ਇਜਾਦ ਹੈਗੀ ਆ ਉਹ ਕੀਤੀ। ਸਡਨਲੀ ਕੀ ਹੋਇਆ, ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਇੱਕ ਪੱਤੇ ਚੱਬ ਲਏ ਸਿਨਕੋਨਾ ਬਾਰਕ ਦੇ, ਤੇ ਥੋੜੀ ਦੇਰ ਬਾਅਦ ਉਹਨੇ ਦੇਖਿਆ ਉਹਨੂੰ ਰਿਗਰਸ ਤੇ ਚਿਲਸ ਸ਼ੁਰੂ ਹੋ ਗਈਆਂ। ਉਸ ਚਿਲਸ ਇਸ ਤਰ੍ਹਾਂ ਦੀ ਸੀਗੀਆਂ ਜਿਵੇਂ ਮਲੇਰੀਆ ਬੁਖਾਰ ਹੁੰਦਾ ਹੈਗਾ। ਚਿਲਸ ਆਈਆਂ, ਉਸ ਤੋਂ ਬਾਅਦ ਫਿਰ ਗਰਮੀ ਜਾਣ ਲੱਗੀ, ਫਿਰ ਚਿਲਸ ਆਈਆਂ ਇੰਟਰਮਿਟੈਂਟਲੀ। ਤਾਂ ਉਹਨਾਂ ਨੇ ਦੇਖਿਆ ਵੀ ਇਹ ਚੀਜ਼ ਮੈਂ ਵਸਤੂ ਖਾਧੀ ਸੀਗੀ, ਇਹਦਾ ਸੇਵਨ ਕੀਤਾ ਸੀ ਤੇ ਇਹਨੇ ਇਹ ਸਿੰਪਟਮ ਮੇਰੇ 'ਚ ਕ੍ਰੀਏਟ ਕਰਤੇ। ਤਾਂ ਉਹਨਾਂ ਨੇ ਉੱਥੋਂ ਫਿਰ ਹੋਰ ਸਬਸਟੈਂਸਿਸ ਨੂੰ ਵੀ ਇਸ ਤਰ੍ਹਾਂ ਟੈਸਟ ਕੀਤਾ, ਤੇ ਫਿਰ ਉਹਨਾਂ ਨੇ ਹੋਮਿਓਪੈਥੀ ਦੀ ਜਿਹੜੀ ਇੱਕ ਇਜਾਦ ਕੀਤਾ, ਲਾਈਕ ਕਿਉਰਸ ਲਾਈਕ ਪ੍ਰਿੰਸੀਪਲ ਤੇ। ਦੈਟ ਮੀਨਸ ਵੀ ਜਿਹੜਾ ਸਬਸਟੈਂਸ ਤੁਸੀਂ ਹੈਲਦੀ ਸਟੇਟ ਦੇ ਵਿੱਚ ਖਾਣ ਤੋਂ ਬਾਅਦ, ਉਹਨੂੰ ਸੇਵਨ ਕਰਨ ਤੋਂ ਬਾਅਦ ਤੁਹਾਨੂੰ ਕੋਈ ਸਿੰਪਟਮਸ, ਕੋਈ ਲੱਛਣ ਆਉਂਦੇ ਨੇ, ਅਗਰ ਕਿਸੇ ਮਰੀਜ਼ ਦੇ ਵਿੱਚ ਤੁਸੀਂ ਉਸੇ ਤਰ੍ਹਾਂ ਦੇ ਲੱਛਣ ਵੇਖੋ ਬਿਮਾਰੀ ਦੀ ਵਜ੍ਹਾ ਦੇ ਬਣੇ ਹੋਏ, ਤਾਂ ਉਸ ਸਬਸਟੈਂਸ ਦੀ ਹੋਮਿਓਪੈਥੀਕਲੀ ਬਣਾਈ ਹੋਈ ਦਵਾਈ ਹੀ ਉਹਨੂੰ ਠੀਕ ਕਰੇਗੀ। ਜਿਵੇਂ ਲੋਹੇ ਨੂੰ ਲੋਹਾ ਕੱਟਦਾ। ਤਾਂ ਇਸ ਸਿਧਾਂਤ ਦੇ ਉੱਪਰ ਹੋਮਿਓਪੈਥੀ ਬਣੀ ਹੋਈ ਹੈ ਕਿ ਜਿਹੜਾ ਸਿੰਪਟਮ ਨੂੰ ਕਾਜ਼ ਕਰਦਾ ਹੈਗਾ, ਉਸੇ ਤਰ੍ਹਾਂ ਦੇ ਸਿੰਪਟਮ ਨੂੰ ਅਗਰ ਕਿਸੇ ਦੇ ਵਿੱਚ ਹੋਣ ਤਾਂ ਉਹ ਸਬਸਟੈਂਸ ਹੀ ਉਹਦੇ ਵਾਸਤੇ ਕਿਊਰੇਟਿਵ ਸਬਸਟੈਂਸ ਬਣ ਜਾਂਦੀ ਹੈ। ਹੋਮਿਓਪੈਥੀਕਲੀ ਜਿਹੜੇ ਪ੍ਰਿੰਸੀਪਲਸ ਨੇ, ਇਹਦਾ ਫਾਰਮਾਕੋਪੀਆ ਉਸ ਮੁਤਾਬਕ ਉਸ ਦਵਾਈ ਨੂੰ ਤਿਆਰ ਕਰਨ ਤੋਂ ਬਾਅਦ। ਸੇਮ ਜਿੱਦਾਂ ਕੋਵਿਡ ਦੀ ਵੈਕਸੀਨ ਲਈ ਕਹਿੰਦੇ ਸੀ ਕਿ ਵੀ ਵੈਕਸੀਨ 'ਚ ਵੀ ਉਹ ਵਾਇਰਸ ਹੀ ਨਾਲ ਚੱਲਦਾ ਸੀ। ਯੈਸ, ਉਹ ਵੀ ਤਕਰੀਬਨ ਹੋਮਿਓਪੈਥੀ ਦੇ ਪ੍ਰਿੰਸੀਪਲਸ ਹੀ ਇੱਕ ਤਰ੍ਹਾਂ ਆ ਜਾਂਦਾ ਹੈਗਾ। mRNA ਜਿਹੜੀ ਬਣੀ ਸੀਗੀ, ਤੇ ਉਹ ਵੀ ਸੂਖਮ ਲੈਵਲ ਤੇ ਜਾ ਕੇ ਜਿਹੜੀ ਵੈਕਸੀਨ ਆ ਉਹ ਤਿਆਰ ਹੁੰਦੀ ਹੈਗੀ ਆ। ਓਕੇ, ਅੱਛਾ, ਇੱਕ ਹੋਰ ਜਿਹੜੇ ਜਨਰਲ ਚੀਜ਼ਾਂ ਨੇ, ਆਮ ਲੋਕਾਂ ਦੇ ਕੰਸਰਨਸ ਨੇ, ਅਸੀਂ ਜਦੋਂ ਹੋਰ ਕਿਤੋਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹਾਂ ਤੇ ਅਸੀਂ ਦੇਖਦੇ ਹਾਂ ਵੀ ਡਾਕਟਰ ਸਾਹਿਬ ਗੱਲ ਪੁੱਛਦੇ ਆ, ਚੈੱਕ ਕਰਦੇ ਆ, ਹਰ ਇੱਕ ਦਾ ਆਪਣਾ ਰਿਸਪੈਕਟਡ ਅਦਾਰੇ ਆ, ਰਿਸਪੈਕਟਡ ਫੀਲਡਸ ਨੇ, ਤੇ ਉਹਨਾਂ ਨੇ ਨਾਲ ਹੀ ਦੇਖ ਕੇ ਬੰਦਾ ਨਬਜ਼ ਚੈੱਕ ਕਰਕੇ ਦਵਾਈ ਦੇ ਦੇਣੀ ਹੁੰਦੀ ਆ।
ਜਾਂ ਟੈਂਪਰੇਚਰ ਚੈੱਕ ਕਰ ਲਿਆ, BP ਚੈੱਕ ਕਰ ਲਿਆ। ਪਰ ਜਦੋਂ ਅਸੀਂ ਹੋਮਿਓਪੈਥੀ ਡਾਕਟਰ ਕੋਲ ਜਾਂਦੇ ਹਾਂ, ਉਹ ਬਹੁਤ ਸਾਰੇ ਐਸੇ ਸਵਾਲ ਨੇ ਪੁੱਛੇ ਜਾਂਦੇ ਜਿਹੜੇ ਕਈ ਵਾਰੀ ਸਾਡੇ ਦਿਮਾਗ 'ਚ ਹੁੰਦਾ ਵੀ ਇਹ ਗੱਲ ਕਿੱਥੇ ਮਾਇਨੇ ਰੱਖਦੀ ਹੈ ਦਵਾਈ, ਤੇ ਮੈਂ ਹੁਣ ਸਿਰਦਰਦੀ ਲੈਣਾ ਆ, ਤੇ ਡਾਕਟਰ ਸਾਹਿਬ ਮੈਨੂੰ ਗੱਲ ਕੋਈ 40 ਸਾਲ ਪੁਰਾਣੀ ਪੁੱਛੀ ਜਾ ਰਿਹਾ ਵੀ ਉਦੋਂ ਕੀ ਹੋਇਆ ਸੀਗਾ, ਮਦਰ ਦੇ, ਨਾਨੀ ਦੇ, ਦਾਦੇ ਦੇ, ਪੜਦਾਦੇ ਦੇ। ਉਹ ਗੱਲਾਂ ਬਹੁਤ ਦੂਰ ਤੱਕ ਕਈ ਵਾਰੀ ਲੈ ਕੇ ਜਾਂਦੇ ਨਾ। ਉਹਦਾ ਕਾਰਨ ਕੀ ਹੁੰਦਾ ਜੀ ਸਾਰਾ? ਇਸ ਤਰ੍ਹਾਂ ਜੀ, ਜਿਹੜੀ ਡਿਜ਼ੀਜ਼ ਹੈ, ਕੋਈ ਵੀ ਹੋਵੇ ਤਕਲੀਫ, ਉਹ ਸਿੱਧੀ ਕਦੇ ਆਸਮਾਨ ਤੋਂ ਤਾਂ ਨਹੀਂ ਗਿਰਦੀ। ਹਰ ਇੱਕ ਤਕਲੀਫ ਦਾ ਕਿਤੇ ਨਾ ਕਿਤੇ ਉਸ ਇਨਸਾਨ ਦੀ ਜ਼ਿੰਦਗੀ 'ਚ, ਉਹਦੇ ਸੁਭਾਅ 'ਚ, ਉਹਦੇ ਆਲੇ ਦੁਆਲੇ 'ਚ, ਉਹਦੇ ਰਿਲੇਸ਼ਨਸ਼ਿਪ 'ਚ, ਉਹਦੇ ਪਾਲਣ ਪੋਸ਼ਣ 'ਚ, ਉਹਦੇ ਫੈਮਿਲੀ ਮੈਡੀਕਲ ਹਿਸਟਰੀ 'ਚ ਪਤਾ ਨਹੀਂ ਕਿੱਥੇ ਰੱਸਾ ਵੱਜਿਆ। ਔਰ ਹਰ ਇੱਕ ਇਨਸਾਨ ਇੱਕ ਦੂਜੇ ਤੋਂ ਵੱਖਰਾ, ਸਾਡੀਆਂ ਸੈਂਸਿਟੀਵਿਟੀਜ਼ ਵੱਖਰੀਆਂ, ਸਾਡੀਆਂ ਸਸੈਪਟੀਬਿਲਿਟੀਜ਼ ਵੱਖਰੀਆਂ ਹੈਗੀਆਂ, ਤੇ ਅਸੀਂ ਹਰ ਇੱਕ ਸਿਚੁਏਸ਼ਨ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਬਿਹੇਵ ਕਰਦੇ ਹਾਂ, ਵੱਖਰੀ ਵੱਖਰੀ ਤਰ੍ਹਾਂ ਰਿਐਕਟ ਕਰਦੇ ਹਾਂ। ਸੋ ਜਦੋਂ ਵੀ ਕੋਈ ਤਕਲੀਫ ਆਉਂਦੀ ਹੈਗੀ ਆ ਤਾਂ ਉਹ ਸਿਰਫ ਫਿਜ਼ੀਕਲ ਲੈਵਲ ਤੱਕ ਹੀ ਨਹੀਂ ਸੀਮਿਤ ਹੋ ਕੇ ਰਹਿੰਦੀ, ਤਾਂ ਫਿਜ਼ੀਕਲ ਦੇ ਨਾਲ ਨਾਲ ਉਹ ਇੱਕ ਹੋਰ ਦੋ ਪੱਧਰ ਨੂੰ ਪ੍ਰਭਾਵਿਤ ਕਰਦੀ ਆ ਪੀੜਤ ਮਨੁੱਖ ਦੇ। ਉਹ ਪੱਧਰ ਨੇ ਮੈਂਟਲ ਐਂਡ ਇਮੋਸ਼ਨਲ। ਉਹਦੀ ਜਿਹੜੀ ਸੋਚ ਹੈਗੀ ਆ ਉਹ ਵੀ ਬਦਲੇਗੀ, ਉਹਦੇ ਸੁਭਾਅ ਦੇ ਵਿੱਚ ਵੀ ਚੇਂਜ ਆਏਗੀ, ਔਰ ਉਸ ਸੁਭਾਅ ਦੇ ਵਿੱਚ ਔਰ ਸੋਚ ਦੇ ਵਿੱਚ ਚੇਂਜ ਨੂੰ ਚੱਲਦਿਆਂ ਹੋਇਆਂ ਉਹਦਾ ਆਪਣਾ ਜਿਹੜਾ ਰੋਜ਼ ਦਾ ਮਰਦ ਦੇ ਕੰਮਕਾਰ ਹੈਗੇ ਆ ਉਹ ਵੀ ਪ੍ਰਭਾਵਿਤ ਹੁੰਦੇ ਆ, ਉਹਦੇ ਰਿਲੇਸ਼ਨਸ਼ਿਪ ਵੀ ਪ੍ਰਭਾਵਿਤ ਹੁੰਦੇ ਆ। ਔਰ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਕਿਤੇ ਨਾ ਕਿਤੇ ਰੱਸਾ ਵੱਜਿਆ ਹੁੰਦਾ, ਤਾਂ ਅਸੀਂ ਪੇਸ਼ੈਂਟ ਦੀ ਸਾਰੀ ਹਿਸਟਰੀ ਨੂੰ ਸੁਣ ਕੇ ਬੜੀ ਡਿਟੇਲ ਦੇ ਵਿੱਚ ਜਦੋਂ ਆਪਣੀ ਸਾਰੀ ਕਹਾਣੀ ਨੂੰ ਪੇਸ਼ੈਂਟ ਸੁਣਾ ਦਿੰਦਾ ਹੈਗਾ, ਫਿਰ ਅਸੀਂ ਉਹਨੂੰ ਸਵਾਲ ਪੁੱਛਦੇ ਹਾਂ, ਉਸ ਗੱਲ ਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਇਸ ਦੀ ਤਕਲੀਫ ਦੀ ਜੜ ਕਿੱਥੇ ਹੈ। ਕਿਉਂਕਿ ਹੋਮਿਓਪੈਥੀ ਜੜ ਨੂੰ ਪੱਟਣ ਦੇ ਵਿੱਚ ਬਿਲੀਵ ਕਰਦੀ ਹੈ, ਨਾ ਕਿ ਸਿਰਫ ਉਸ ਦਰਖਤ ਰੂਪੀ ਬਿਮਾਰੀ ਦੀ ਜਿਹੜੀਆਂ ਟਹਿਣੀਆਂ ਉਹਨਾਂ ਨੂੰ ਛਾਂਗਣ ਦੇ ਵਿੱਚ ਨਹੀਂ ਬਿਲੀਵ ਕਰਦੀ। ਔਰ ਜੜ ਨੂੰ ਅਸੀਂ ਤਾਂ ਹੀ ਸਮਝਾਂਗੇ ਜੋ ਉਸ ਮਨੁੱਖ ਦੇ ਇਹਨਾਂ ਸਾਰੇ ਜਿਹੜੇ ਉਹਦੇ ਡਿਸਟਰਬਡ ਸਟੇਟ ਆਫ ਮਾਈਂਡ ਹੈਗੀ ਹੈ, ਡਿਸਟਰਬਡ ਸਟੇਟ ਆਫ ਟੈਂਪਰਾਮੈਂਟ ਹੈਗੀ ਹੈ, ਡਿਸਟਰਬਡ ਸਟੇਟ ਆਫ ਫਿਜ਼ੀਕਲ ਜਿਹੜੀ ਪ੍ਰੋਬਲਮਸ ਦੇ ਕਰਕੇ ਆ, ਉਹਨਾਂ ਸਾਰੀਆਂ ਨੂੰ ਸਮਝਾਂਗੇ। ਫੈਮਿਲੀ ਮੈਡੀਕਲ ਹਿਸਟਰੀ ਨਾਲ ਲੈ ਕੇ ਚੱਲਾਂਗੇ, ਉਹਦੇ ਆਲੇ ਦੁਆਲੇ ਨੂੰ ਕਿਵੇਂ ਉਹਨੂੰ ਪ੍ਰਭਾਵਿਤ ਕਰਦਾ ਪਿਆ, ਉਹਦਾ ਰਿਲੇਸ਼ਨਸ਼ਿਪ ਕਿਵੇਂ ਪ੍ਰਭਾਵਿਤ ਕਰਦਾ ਪਿਆ, ਉਹਦੇ ਕੰਮਕਾਰ ਦੇ ਉੱਪਰ ਉਹਨੂੰ ਕੀ ਅੜਚਣ ਆ ਰਹੀਆਂ, ਉਹਦੀ ਨੀਂਦ ਕਿਵੇਂ ਪ੍ਰਭਾਵਿਤ ਹੋ ਰਹੀ ਹੈ, ਉਹਦਾ ਖਾਣਾ ਪੀਣਾ, ਸਾਰੀਆਂ ਗੱਲਾਂ ਨੂੰ, ਜੇ ਕਿ ਪਹਿਲਾਂ ਮੈਂ ਕਲਾਸੀਕਲ ਹੋਮਿਓਪੈਥੀ ਦੱਸੀ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਕਿ ਉਹਦੇ ਮਨੁੱਖ ਨੂੰ ਅਸੀਂ ਹਰ ਇੱਕ ਐਂਗਲ ਤੋਂ ਸਮਝਣਾ ਹੈਗਾ, ਔਰ ਫਿਰ ਢੁਕਵੀਂ ਦਵਾਈ ਦੀ ਚੋਣ ਕਰਨੀ ਆ, ਜਿਹਦੇ ਨਾਲ ਕਿ ਉਹ ਦਵਾਈ ਸਿਰਫ ਇੱਕ ਬਿਮਾਰੀ ਦੀ ਨਹੀਂ ਰਹਿੰਦੀ, ਉਹ ਪੂਰੇ ਮਨੁੱਖ ਦੀ ਦਵਾਈ ਬਣ ਕੇ ਉੱਭਰਦੀ ਹੈ, ਜਿਸ ਨੂੰ ਅਸੀਂ ਕੌਨਸਟੀਟਿਊਸ਼ਨਲ ਰੈਮੇਡੀ ਕਹਿੰਦੇ ਹਾਂ ਹੋਮਿਓਪੈਥੀ ਦੇ ਵਿੱਚ। ਅੱਛਾ, ਭਾਵੇਂ ਤਕਲੀਫ ਇੱਕ ਹੋਵੇ, 5 ਹੋਣ, 10 ਹੋਣ, ਜਿੰਨੀਆਂ ਵੀ ਹੋਣ, ਤਾਂ ਸਾਰੇ ਦਾ ਸਾਰਾ ਮਨੁੱਖ ਉਸ ਕੌਨਸਟੀਟਿਊਸ਼ਨਲੀ ਸਿਲੈਕਟਡ ਜਿਹੜੀ ਰੈਮੇਡੀ ਆ ਉਹਦੇ ਨਾਲ ਬੈਲੈਂਸ ਹੁੰਦਾ। ਉਹਦੀਆਂ ਸਾਰੀਆਂ ਤਕਲੀਫਾਂ ਜਿਹੜੀਆਂ ਉਹ ਹਰ ਇੱਕ ਲੈਵਲ ਦੇ ਉੱਪਰ ਠੀਕ ਹੁੰਦੀਆਂ, ਤੇ ਉਹ ਆਪਣੇ ਆਪ ਵੀ ਫਿਰ ਅੱਛਾ ਮਹਿਸੂਸ ਕਰਦਾ। ਉਹਨੂੰ ਲੱਗਦਾ ਹਾਂ ਹੁਣ ਨੀਂਦ ਵੀ ਚੰਗੀ ਆ ਰਹੀ ਹੈ, ਮੈਨੂੰ ਮੇਰੇ ਰਿਲੇਸ਼ਨਸ਼ਿਪ 'ਚ ਵੀ ਸੁਧਾਰ ਹੋ ਗਿਆ, ਮੇਰੇ ਕੰਮ ਦੇ ਵਿੱਚ ਵੀ ਮੇਰਾ ਪੋਟੈਂਸ਼ੀਅਲ ਵੱਧ ਗਿਆ, ਮੇਰੀ ਐਨਰਜੀ ਲੈਵਲ ਵੀ ਵੱਧ ਗਈ ਹੈ, ਤੇ ਮੈਂ ਹੁਣ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਕਾਰਜਸ਼ੀਲ ਹੋ ਸਕਦਾ ਆਪਣੇ ਕੰਮ ਦੇ ਵਿੱਚ। ਬਿਲਕੁਲ ਠੀਕ। ਅੱਛਾ, ਇਹ 250 ਸਾਲ ਪਹਿਲਾਂ ਤੁਸੀਂ ਦੱਸਿਆ ਕਿ ਹੋਮਿਓਪੈਥੀ ਦੀ ਸ਼ੁਰੂਆਤ ਹੋਈ ਜਰਮਨ ਤੋਂ, ਇਸ ਲਈ ਅੱਜ ਜਿਹੜੀਆਂ ਵੀ ਦਵਾਈਆਂ ਨੇ ਉਹ ਸਾਰੀਆਂ ਜਰਮਨ ਮੇਡ ਹੁੰਦੀਆਂ, ਜਾਂ ਤੁਹਾਡੇ ਵੱਲੋਂ ਵੀ ਡਾਕਟਰਸ ਵੱਲੋਂ ਰეკਮੈਂਡ ਵੀ ਕੀਤਾ ਜਾਂਦਾ ਵੀ ਜਰਮਨ ਮੇਡ ਦਵਾਈ ਹੀ ਲਈ ਜਾਏ। ਇਸ ਤਰ੍ਹਾਂ ਜੀ, ਜਿਹੜੀਆਂ ਫਾਰਮੇਸੀਜ਼ ਨੇ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਹਾਈਲੀ ਟੈਕਨੀਕਲ ਵਰਲਡ ਹੈਗਾ ਹੁਣ ਤਾਂ ਜਿਹੜੀਆਂ ਕੋਲੈਬੋਰੇਟਿਵ ਫਾਰਮੇਸੀਜ਼ ਨੇ ਉਹ ਸਟੇਟ ਆਫ ਦੀ ਆਰਟ ਦੀਆਂ ਹਰ ਇੱਕ ਕੰਟਰੀ ਦੇ ਵਿੱਚ ਜਿੱਥੇ ਤੇ ਹੋਮਿਓਪੈਥੀ ਪ੍ਰਚਲਿਤ ਹੈ ਉੱਥੇ ਉਪਲਬਧ ਨੇ। ਤਾਂ ਜਰਮਨ ਦੇ, ਕਿਉਂਕਿ ਜਰਮਨ ਤੋਂ ਸ਼ੁਰੂ ਹੋਈ ਸੀਗੀ, ਤਾਂ ਉਹ ਨਾ ਐਸੋਸੀਏਟਿਡ ਹੈਗਾ, ਪਰ ਸੇਮ ਕੁਆਲਿਟੀ ਆਫ ਮੈਡੀਸਿਨਸ ਆਰ ਬੀਇੰਗ ਮੈਨੂਫੈਕਚਰਡ ਇਨ ਇੰਡੀਆ ਐਂਡ ਇਨ ਅਦਰ ਕੰਟਰੀਜ਼ ਆਲਸੋ। ਐਂਡ ਕਈ ਜਗ੍ਹਾ ਕੋਲੈਬੋਰੇਸ਼ਨਸ ਜਰਮਨ ਕੰਪਨੀਆਂ ਦੀ ਵੀ ਨਾਲ ਹੈਗੀਆਂ, ਤੇ ਕੁਆਲਿਟੀ ਜਿੱਥੇ ਤੱਕ ਹੈਗੀ ਆ ਉਹ ਜਿਹੜਾ ਮੈਨੂਫੈਕਚਰਰ ਕੋਈ ਚੰਗਾ ਹੈਗਾ ਉਹ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦਾ। ਤੇ ਆਫ ਕੋਰਸ ਜਰਮਨ ਨਾ, ਕਿਉਂਕਿ ਉੱਥੋਂ ਆਜ਼ਾਦ ਹੋਈ ਸੀਗੀ, ਉਹ ਐਸੋਸੀਏਟਿਡ ਹੈ, ਤਾਂ ਧਾਰਨਾ ਵੀ ਇਹ ਆਮ ਬਣੀ ਹੋਈ ਹੈ ਕਿ ਜਰਮਨ ਦਵਾਈ ਹੀ ਹੋਵੇ ਉਹ ਸਭ ਤੋਂ ਉੱਤਮ ਹੁੰਦੀ ਹੈ, ਪਰ ਇਹ ਕੋਈ ਜ਼ਰੂਰੀ ਨਹੀਂ ਹੈਗਾ। ਹਾਂ, ਹੋਰ ਮੈਨੂਫੈਕਚਰਰ ਵੀ ਚੰਗੀ ਕੁਆਲਿਟੀ ਦੀ ਰੈਮਡੀਜ਼ ਜਿਹੜੀਆਂ ਉਹ ਤਿਆਰ ਕਰਦੇ ਆ। ਬਿਲਕੁਲ ਠੀਕ ਹੈ ਜੀ। ਤੇ ਇੱਕ ਕਲਾਸੀਕਲ ਹੋਮਿਓਪੈਥੀ ਦਾ ਤੁਸੀਂ ਸਟਾਰਟਿੰਗ ਤੇ ਜ਼ਿਕਰ ਕੀਤਾ ਨਾ, ਫਿਰ ਨਾਲ ਤੁਸੀਂ ਕੌਨਸਟੀਟਿਊਸ਼ਨਲ ਰੈਮੇਡੀ ਦਾ ਵੀ ਕੀਤਾ। ਇਹ ਹੋਰ ਵੀ ਤਰੀਕੇ ਹੁੰਦੇ, ਆਪਾਂ ਜੋ ਲੇਟਰ ਕਿਸੇ ਹੋਰ ਦਿਨ ਡਿਸਕਸ ਕਰ ਲਾਂਗੇ, ਪਰ ਇਹ ਹੋਰ ਵੀ ਕਈ ਤਰੀਕੇ ਦੀ ਹੋਮਿਓਪੈਥੀਸ ਆ ਜਾਂਦੀਆਂ ਨੇ। ਇਸ ਤਰ੍ਹਾਂ ਜੀ, ਜਿਹੜੀ ਤੁਹਾਡੀ ਐਜੂਕੇਸ਼ਨ ਹੈ, ਤੁਹਾਡੀ ਟ੍ਰੇਨਿੰਗ ਆ, ਉਹ ਕਿਸ ਤਰ੍ਹਾਂ ਸ਼ੁਰੂ ਹੋਈ ਹੈ, ਉਸ 'ਤੇ ਬਹੁਤ ਮਨਸਰ ਕਰਦਾ ਤੁਸੀਂ ਕਿਹੜੀ ਹੋਮਿਓਪੈਥੀ ਕਿਵੇਂ ਕਰ ਰਹੇ ਹੋ। ਜਿਵੇਂ ਕਈ ਲੋਕ ਕੀ ਕਰਦੇ, ਜੇ ਕਿਸੇ ਦਾ ਗਿੱਟਾ ਦੁਖਦਾ, ਗਿੱਟੇ ਦਾ ਚੈਪਟਰ ਕੱਢ ਕੇ ਦਵਾਈ ਦਿੱਤੀ, ਜਗ੍ਹਾ ਸਿਰ ਦੁਖਦਾ, ਸਿਰ ਦਾ ਚੈਪਟਰ ਕੱਢ ਕੇ ਦਵਾਈ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਦਾ ਗੋਡਾ ਮੋਢਾ ਦੁਖਦਾ, ਉਹ ਚੈਪਟਰ ਲੱਭ ਕੇ ਕਰ ਲਿਆ। ਜੇ ਕਿਸੇ ਦੀ ਭੁੱਖ ਦੇ ਪ੍ਰੋਬਲਮ ਹੈ, ਸਟੋਮਕ ਦੇ ਨਾਲ ਰਿਲੇਟਡ ਪ੍ਰੋਬਲਮ, ਸਟੋਮਕ ਦਾ ਚੈਪਟਰ ਕੱਢ ਕੇ ਦਵਾਈ ਕਰ ਲਈ। ਉਹ ਤਰੀਕਾ ਹੋਮਿਓਪੈਥੀ ਦਾ ਨਹੀਂ ਹੈਗਾ।
ਕਿਉਂਕਿ ਉਹਦੇ ਵਿੱਚ ਤਾਂ ਤੁਸੀਂ ਇੱਕ ਲੋਕਲ ਜਿਹੜੀ ਅੰਗ ਆ ਉਹਨੂੰ ਹੀ ਦੇਖ ਰਹੇ ਹੋ ਸਿਰਫ, ਵੇਅਰ ਐਜ਼ ਡਿਜ਼ੀਜ਼ ਦਾ ਜਿਹੜਾ ਇਫੈਕਟ ਹੈਗਾ ਉਹ ਗਲੋਬਲ ਹੁੰਦਾ, ਇਕੱਲਾ ਲੋਕਲ ਹੋ ਕੇ ਨਹੀਂ ਰਹਿ ਜਾਂਦਾ। ਜੇ ਪੇਟ ਅਪਸੈਟ ਹੈਗਾ ਤਾਂ ਉਹਦੇ ਨਾਲ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਮੈਂਟਲ ਇਮੋਸ਼ਨਲ ਚੇਂਜਿਸ ਵੀ ਆਉਣਗੀਆਂ, ਸੁਭਾਅ ਦੇ ਵਿੱਚ ਵੀ ਚੇਂਜ, ਐਨਰਜੀ ਲੈਵਲ ਦੇ ਵਿੱਚ ਵੀ ਚੇਂਜ, ਇੱਕ ਦੂਜੇ ਨਾਲ ਇੰਟਰਪਰਸਨਲ ਰਿਲੇਸ਼ਨਸ਼ਿਪ ਦੇ ਵਿੱਚ ਵੀ ਚੇਂਜ ਆ ਜਾਊਗੀ, ਤੁਹਾਡੀ ਐਫੀਸ਼ੀਐਂਸੀ ਵੀ ਕੰਮ ਤੇ ਘਟ ਜਾਊਗੀ, ਤੁਹਾਡਾ ਸਵੇਰੇ ਉੱਠਣ ਨੂੰ ਮਨ ਨਹੀਂ ਕਰੇਗਾ। ਸੋ ਇਹਨੂੰ ਕਹਿੰਦੇ ਗਲੋਬਲ ਇਫੈਕਟ। ਸੋ ਜਿਹੜੇ ਗਲੋਬਲ ਇਫੈਕਟ ਦੇਖਦਿਆਂ ਹੋਇਆਂ ਹੋਮੋਪੈਥੀ ਦੀ ਦਵਾਈ ਦੀ ਚੋਣ ਕਰਨਾ ਉਹ ਕਲਾਸੀਕਲ ਹੋਮੋਪੈਥੀ ਦੇ ਵਿੱਚ ਆਉਂਦਾ ਹੈਗਾ, ਜਿਹੜੀ ਕਿ ਵਾਈਡਲੀ ਪ੍ਰੈਕਟਿਸਡ ਹੈ, ਵਾਈਡਲੀ ਜਿਹੜੀ ਟੌਟ ਹੈਗੀ ਹੈ ਇਨ ਦ ਹੋਮੋਪੈਥੀ ਕਾਲਜਿਸ। ਨਾ ਕਿ ਸਿਰਫ ਇਹ ਵੀ ਸਿਰ ਦੀ ਦੁਖਦਾ ਹੈ ਤਾਂ ਸਿਰ ਬਿਮਾਰ ਹੈ ਇਕੱਲਾ, ਉਹਦਾ ਚੈਪਟਰ ਖੋਲ੍ਹ ਕੇ ਦਵਾਈ ਦੇ ਦਿਓ। ਜੇ ਗਿੱਟਾ ਦੁਖਦਾ ਇਕੱਲਾ ਗਿੱਟਾ ਬਿਮਾਰ ਹੈ, ਗੋਡਾ ਦੁਖਦਾ ਗੋਡਾ ਇਕੱਲਾ ਬਿਮਾਰ ਹੈ, ਜੇ ਪੇਟ ਅਪਸੈਟ ਹੈ ਤਾਂ ਇਕੱਲਾ ਪੇਟ ਬਿਮਾਰ ਹੈ। ਨਾਟ ਲਾਈਕ ਦੈਟ, ਬਟ ਮੈਨੀ ਕੋਈ ਇਸ ਤਰ੍ਹਾਂ ਕਰਦੇ ਹੋਣਗੇ ਤਾਂ ਹੋਮੋਪੈਥੀ ਨਹੀਂ ਕਹਿਲਾਏਗੀ। ਉਹ ਤਾਂ ਇੱਕ ਜਸਟ ਜਿਵੇਂ ਕਿ ਵੀ ਹੁੰਦਾ ਹੈਗਾ ਵੀ ਕੁਇਕ ਫਿਕਸ ਹੈ, ਇੱਕ ਤੁਸੀਂ ਟੇਪ ਲਾਤੀ ਹੈ ਕਿਸੇ ਜਸਟ ਵਗਦੇ ਆ ਦੁਖਦੇ ਜ਼ਖਮ ਤੇ। ਅੱਛਾ ਡਾਕਟਰ ਸਾਹਿਬ, ਇੱਕ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਵੀ ਉਹ ਸਾਰਾ ਡੇਟਾ ਨੋਟ ਕਰਨਾ ਪੈਂਦਾ, ਰੂਟ ਕਾਜ਼ ਲੱਭਣਾ ਪੈਂਦਾ ਵੀ ਉਹ ਕਈ ਵਾਰੀ ਪਿੱਛੋਂ ਚੀਜ਼ ਚੱਲ ਕੇ ਆਉਂਦੀ ਹੈ, ਤੇ ਹੁਣ ਛੋਟੇ ਬੱਚੇ ਵੀ ਆਉਂਦੇ ਨੇ, ਬੱਚੇ ਆਪਣੇ ਮੂੰਹ ਨਹੀਂ ਦੱਸ ਸਕਦੇ ਵੀ ਸਾਨੂੰ ਐਗਜ਼ੈਕਟਲੀ ਕੀ ਦਿੱਕਤ ਆ, ਜਾਂ ਪੁਰਾਣੀਆਂ ਚੀਜ਼ਾਂ ਜਾਂ ਗੱਲਾਂ ਜਾਂ ਕੁਝ ਵੀ, ਉਹਨਾਂ ਦਾ ਫਿਰ ਕਿਸ ਤਰੀਕੇ ਨਾਲ ਡੀਲ ਕੀਤਾ ਜਾਂਦਾ ਹੋਮੋਪੈਥੀ ਦੇ ਵਿੱਚ? ਹੋਮੋਪੈਥੀ ਦੀ ਟ੍ਰੀਟਮੈਂਟ ਜਦੋਂ ਕਰਦੇ ਹਾਂ ਤਾਂ ਉਹਦੇ ਵਿੱਚ ਆਬਜ਼ਰਵੇਸ਼ਨ ਬਹੁਤ ਇੱਕ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਹੋਮੋਪੈਥਿਕ ਡਾਕਟਰ ਦੀ ਆਬਜ਼ਰਵੇਸ਼ਨ ਪੇਸ਼ੈਂਟ ਦੀ ਕੀ ਹੈਗੀ ਹੈ ਉਹ ਵੀ ਇੱਕ ਇਸ ਪ੍ਰਕਾਰ ਨਾਲ ਸਾਨੂੰ ਮਦਦ ਕਰਦੀ ਹੈ ਕਿ ਡਾਕਟਰ ਦੀ ਆਬਜ਼ਰਵੇਸ਼ਨ ਟੁਵਰਡਸ ਦਾ ਪੇਸ਼ੈਂਟ। ਓਕੇ, ਉਹ ਕੀ ਕਰਦਾ ਪਿਆ, ਉਹਦੇ ਹਾਵ ਭਾਵ ਕਿਹੋ ਜਿਹੇ ਹੈਗੇ ਆ, ਉਹਦੇ ਚਿਹਰੇ ਤੇ ਕੀ ਹਾਵ ਭਾਵ ਆ ਰਿਹਾ, ਡਰਦਾ ਉਹਦੇ ਉੱਪਰ ਆ ਰਿਹਾ ਹੈਗਾ ਚਿਹਰੇ ਤੇ, ਜਾਂ ਉਹ ਪਰੇਸ਼ਾਨ ਹੈ, ਜਾਂ ਐਂਗਜ਼ਾਇਟੀ ਹੋ ਰਹੀ ਹੈ, ਜਾਂ ਉਹ ਟਿਕ ਕੇ ਨਹੀਂ ਬੈਠ ਰਿਹਾ, ਜਾਂ ਉਹ ਗੋਦੀ ਦੇ ਵਿੱਚ ਆਉਣਾ ਚਾਹੁੰਦਾ ਹੈਗਾ, ਪੇਰੈਂਟਸ ਉਹਨੂੰ ਗੋਦੀ 'ਚ ਲੈਣਾ ਚਾਹੁੰਦੇ ਆ ਬੱਚਿਆਂ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਨਿਕਲ ਜਾਂਦਾ ਗੋਦੀ 'ਚੋਂ, ਉਹ ਟਿਕ ਕੇ ਨਹੀਂ ਬਹਿੰਦਾ। ਇਹ ਸਾਰੀਆਂ ਆਬਜ਼ਰਵੇਸ਼ਨਲ ਚੀਜ਼ਾਂ ਨੇ। ਦੋ ਤਰ੍ਹਾਂ ਦੇ ਸਿੰਪਟਮ ਹੁੰਦੇ ਆ, ਇੱਕ ਆਬਜੈਕਟਿਵ ਤੇ ਇੱਕ ਸਬਜੈਕਟਿਵ। ਆਬਜੈਕਟਿਵ ਉਹ ਹੁੰਦੇ ਆ ਜਿਹੜੇ ਆਪਾਂ ਵੇਖ ਰਹੇ ਆ, ਸਾਡੀ ਨੇਕਡ ਆਈ ਵੇਖ ਰਹੀ ਹੈ ਕਿ ਇਹ ਫਲਾਣਾ ਮਨੁੱਖ ਕੀ ਕਰਦਾ ਪਿਆ। ਸਬਜੈਕਟਿਵ ਉਹ ਹੁੰਦੇ ਆ ਜਿਹੜਾ ਪੇਸ਼ੈਂਟ ਆਪਣੇ ਅੰਦਰਲੇ ਜੋ ਉਹਦੇ ਨਾਲ ਵਾਪਰ ਰਹੀ ਹੈ ਤਕਲੀਫ ਦੀ ਵਜ੍ਹਾ ਕਰਕੇ ਉਹ ਬਿਆਨ ਕਰਦਾ ਕਿ ਮੇਰੇ ਇਸ ਤਰ੍ਹਾਂ ਦਰਦ ਹੋ ਰਿਹਾ ਜਿਵੇਂ ਸੂਈ ਚੁਭ ਰਹੀ ਹੋਵੇ, ਮੇਰੇ ਪੇਟ 'ਚ ਐਂ ਮਹਿਸੂਸ ਹੋ ਰਿਹਾ ਜਿਵੇਂ ਪੱਥਰ ਭਰੇ ਹੋਣ, ਮੈਨੂੰ ਐਂ ਲੱਗਦਾ ਜਿਵੇਂ ਗੋਲਾ ਜਿਹਾ ਤੁਰਿਆ ਫਿਰਦਾ ਹੋਵੇ, ਮੈਨੂੰ ਐਂ ਲੱਗਦਾ ਜਿਵੇਂ ਕਈ ਅੱਜ ਕੱਲ੍ਹ ਕਹਿੰਦੇ ਨਾ ਆਮ ਤੌਰ ਤੇ ਆਪਣੀ ਪੰਜਾਬੀ ਦੇ ਘਾਉ ਮਾਉ ਹੁੰਦਾ ਪਿਆ, ਮੇਰੇ ਤਾਂ ਜੀ ਇਹ ਚੀਰਾਂ ਛਿੜ ਗਈਆਂ। ਤਾਂ ਆਮ ਲੈਂਗੁਏਜ ਜਿਹੜੀ ਮੈਡੀਕਲ ਆ ਉਹਦੇ ਵਿੱਚ ਨਾ ਘਾਉ ਮਾਉ ਦੀ ਕਿਤੇ ਕੋਈ ਜਗ੍ਹਾ ਹੈਗੀ ਆ, ਨਾ ਉੱਥੇ ਚੀਰਾਂ ਛਿੜ ਰਹੀਆਂ, ਮੇਰੇ ਢਿੱਡ 'ਚ ਲੇਹ ਜੀ ਪੈਂਦੀ ਆ, ਇਹ ਪੈਂਦੀ ਆ, ਤੇ ਮੇਰੇ ਅੰਦਰ ਗੋਲਾ ਜਿਹਾ ਵੱਜਿਆ ਹੋਇਆ, ਮੇਰੇ ਅੰਦਰ ਪੱਥਰ ਰੱਖਿਆ। ਇਹ ਚੀਜ਼ਾਂ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਨੇ। ਸੋ ਇਹ ਹੋ ਗਏ ਸਬਜੈਕਟਿਵ ਸਿੰਪਟਮ ਜਿਹੜੇ ਕਿ ਪੇਸ਼ੈਂਟ ਸਾਡੇ ਤੱਕ ਪਹੁੰਚਦਾ ਕਰਦਾ ਹੈ, ਜੋ ਉਹਦਾ ਤਜਰਬਾ, ਉਹਦਾ ਐਕਸਪੀਰੀਅੰਸ ਹੈ ਡਿਜ਼ੀਜ਼ ਦੇ ਨਾਲ। ਦੂਜੇ ਆਬਜੈਕਟਿਵ ਹੈ। ਸੋ ਆਬਜੈਕਟਿਵ ਅਸੀਂ ਬੱਚਿਆਂ ਦੇ ਤੁਸੀਂ ਖਾਸ ਕਰ ਪੁੱਛਿਆ, ਅਸੀਂ ਵੇਖਦੇ ਹਾਂ ਵੀ ਉਹਦੀ ਬਾਡੀ ਲੈਂਗੁਏਜ ਕੀ ਹੈ, ਉਹ ਕਰ ਕੀ ਰਿਹਾ ਉਸ ਵੇਲੇ। ਕਈ ਬੱਚੇ ਕੀ ਕਰਦੇ ਆ, ਉਹ ਸਾਡੇ ਟੇਬਲ ਤੇ ਜਿਹੜਾ ਸਾਡਾ ਸਮਾਨ ਪਿਆ ਹੈਗਾ, ਸਾਡੀ ਬੁੱਕਸ ਆ, ਸਾਡੀ ਮੈਡੀਸਿਨਸ ਆ, ਕੁਝ ਉਹਨੂੰ ਟੱਚ ਕਰਨਗੇ, ਛੇੜਨਗੇ ਬਾਰ-ਬਾਰ, ਪੇਰੈਂਟਸ ਹਟਾਉਣਗੇ, ਉਹ ਨਹੀਂ ਹਟਣਗੇ। ਕਈ ਬੱਚੇ ਪੇਰੈਂਟਸ ਗੋਦੀ 'ਚ ਲੈਣਾ ਚਾਹੁੰਦੇ ਹਨ, ਉਹ ਭੱਜ ਕੇ ਬਾਹਰ ਹਾਲ ਵਿੱਚ ਚਲੇ ਜਾਣਗੇ। ਕਈ ਬੱਚੇ ਆਉਣਗੇ ਤਾਂ ਤੁਹਾਡੇ ਬਲਾਈਂਡਸ ਨੂੰ ਛੇੜਨਾ ਸ਼ੁਰੂ ਕਰ ਦੇਣਗੇ, ਕਈ ਬੱਚੇ ਤੁਹਾਡੀ ਚੀਜ਼ਾਂ ਨੂੰ ਚੱਕ ਕੇ ਥੱਲੇ ਸੁੱਟ ਦੇਣਗੇ। ਸੋ ਇਹ ਆਬਜੈਕਟਿਵ ਸਿੰਪਟਮ ਹੈ ਜਿਨ੍ਹਾਂ ਵਾਸਤੇ ਇੱਕ ਹੋਮੋਪੈਥ ਨੂੰ ਆਪਣੇ ਈਅਰਸ ਐਂਡ ਆਈਜ਼ ਖੁੱਲ੍ਹਣੀਆਂ ਰੱਖਣੀਆਂ ਪੈਣੀਆਂ, ਕਿਉਂਕਿ ਉਹ ਵੀ ਇੱਕ ਸਿੰਪਟਮ ਹੈ। ਅੱਛਾ, ਉਹਦੀ ਬਾਡੀ ਲੈਂਗੁਏਜ ਸਾਨੂੰ ਕੁਝ ਕਨਵੇ ਕਰ ਰਹੀ ਹੈ, ਸਾਡੀਆਂ ਦਵਾਈਆਂ ਚੱਲਦੀਆਂ ਫਿਰ ਉਸ ਮੁਤਾਬਕ। ਸੋ ਕਈ ਕੇਸਾਂ ਦੇ ਵਿੱਚ ਤਾਂ ਅਸੀਂ ਆਬਜ਼ਰਵੇਸ਼ਨ ਦੇ ਨਾਲ ਹੀ ਪੇਸ਼ੈਂਟ ਦੀ ਜਿਹੜੀ ਮੈਡੀਸਨ ਆ ਉਹ ਤੱਕ ਪਹੁੰਚ ਜਾਂਦੇ ਆ। ਨਹੀਂ ਤੇ ਆਮ ਤੌਰ ਤੇ ਬੰਦਾ ਸੋਚ ਜਾਂਦਾ ਵੀ ਯਾਰ ਬੱਚੇ ਨੇ ਕੁਝ ਕਰਨਾ ਹੀ ਆ, ਹਾਂ, ਉਹ ਇਗਨੋਰ ਹੋ ਜਾਂਦੇ ਆ ਸਿੰਪਟਮ। ਜਦ ਕਿ ਹੋਮੋਪੈਥੀ ਦੇ ਪ੍ਰੈਕਟੀਸ਼ਨਰ ਦੀ ਅਗਰ ਅੱਖਾਂ ਤੇ ਕੰਨ ਖੁੱਲੇ ਨੇ, ਉਹ ਇਸ ਚੀਜ਼ ਨੂੰ ਆਬਜ਼ਰਵ ਜੋ ਕਰਦਾ ਪਿਆ, ਆਬਜ਼ਰਵੇਸ਼ਨ ਨੂੰ ਦੇਖਦੇ ਆ, ਫਿਰ ਦਵਾਈ ਦੇ ਨਾਲ ਜੋ ਮੈਚ ਕਰਦੇ ਆ ਤਾਂ ਬਹੁਤ ਮਦਦ ਮਿਲਦੀ ਹੈ ਡਿਜ਼ੀਜ਼ ਨੂੰ ਕਿਉਰ ਕਰਨ ਦੀ। ਸੇਮ ਸਿਨੈਰੀਓ ਡਾਕਟਰ ਸਾਹਿਬ ਬਜ਼ੁਰਗਾਂ ਦੇ ਵਿੱਚ ਵੀ ਹੁੰਦਾ ਹੋਣਾ, ਜਦੋਂ ਇੱਕ ਸਰਟਨ ਏਜ 'ਚ ਜਾ ਕੇ ਉਹ ਵੀ ਬੱਚਿਆਂ ਵਾਲਾ ਹੀ ਹਾਲ ਹੋ ਜਾਂਦਾ? ਨਹੀਂ, ਈਵਨ ਐਲਡਰਸ ਹੋ ਗਏ, ਬਜ਼ੁਰਗ ਹੋ ਗਏ, ਐਡਲਟਸ ਹੋ ਗਏ, ਉਹ ਸਾਰਿਆਂ ਦੇ ਕੋਈ ਨਾ ਕੋਈ ਹਾਵ ਭਾਵ ਤਾਂ ਹੁੰਦੇ ਹੀ ਹੈ ਨਾ। ਜਦੋਂ ਬੈਠੇ ਆ ਤੁਹਾਡੇ ਸਾਹਮਣੇ, ਕਈ ਤੁਸੀਂ ਕੁਐਸਚਨ ਪੁੱਛਦੇ ਹੋ ਤਾਂ ਕਈ ਇੱਕਦਮ ਜਵਾਬ ਦੇ ਦੇਣਗੇ, ਕਈ ਸਮਾਂ ਲੈਣਗੇ, ਕਈ ਸੋਚਣਗੇ ਕਿੰਨਾ, ਤਾਂ ਉਹਨਾਂ ਦੀ ਸਾਨੂੰ ਪਤਾ ਲੱਗਦਾ ਜਿਹੜਾ ਬੰਦਾ ਲੇਟ ਜਵਾਬ ਦਿੰਦਾ ਪਿਆ ਡਲਨੈਸ ਆ ਮਾਈਂਡ ਦੇ ਉੱਪਰ, ਮਾਈਂਡ ਦੇ ਉੱਪਰ ਉਹ ਉਨੀ ਚੁਸਤੀ ਫੁਰਤੀ ਨਹੀਂ ਹੈਗੀ। ਇੱਕ ਹੋਰ ਜਿਹੜੀ ਚੀਜ਼ ਅੱਜ ਕਲੀਅਰ ਕਰੋ, ਅੱਜ ਅਸੀਂ ਨਾ ਕੋਈ ਟੌਪਿਕ ਨਹੀਂ ਇੱਦਾਂ ਡਾਇਰੈਕਟਲੀ ਸ਼ੋ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਹਰ ਇੱਕ ਚੀਜ਼ ਦਾ ਹੱਲ ਦੱਸਾਂਗੇ ਵੀ
ਮੋਟਾਪੇ ਦਾ ਤੁਸੀਂ ਹੋਮਿਓਪੈਥੀ ਨਾਲ ਹੱਲ ਕਿੱਦਾਂ ਕਰ ਸਕਦੇ ਹੋ, ਗੂੜੀ ਨੀਂਦ ਦਾ ਹੋਮਿਓਪੈਥੀ ਦੇ ਵਿੱਚ ਕੀ ਇਲਾਜ ਆ, ਬੇਚੈਨੀ ਦਾ ਕੀ ਇਲਾਜ ਆ, ਬਲੱਡ ਪ੍ਰੈਸ਼ਰ ਦਾ, ਹਰ ਇੱਕ ਚੀਜ਼ ਅਸੀਂ ਟੌਪਿਕ ਟੂ ਟੌਪਿਕ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਇਲਾਜ ਹੋਮਿਓਪੈਥੀ ਦੇ ਨਾਲ ਤੁਹਾਨੂੰ ਦੱਸਾਂਗੇ। ਪਰ ਅੱਜ ਅਸੀਂ ਤੁਹਾਨੂੰ ਇੱਕ ਇੰਟਰੋਡਕਸ਼ਨ ਜਾਂ ਇੱਕ ਓਵਰਆਲ ਗੱਲਾਂ ਜਿਹੜੀਆਂ ਸਿਨੈਰੀਓਸ ਹੋਮਿਓਪੈਥੀ ਪ੍ਰਤੀ ਸਾਡੇ ਹੋਮਿਓਪੈਥੀ ਪ੍ਰਤੀ ਬੱਝੇ ਨੇ ਦਿਮਾਗਾਂ ਦੇ ਵਿੱਚ, ਉਹਨਾਂ ਦੀਆਂ ਗੱਲਾਂ ਜ਼ਰੂਰ ਕਰਨੀਆਂ ਨੇ। ਇੱਕ ਹੋਰ ਜਿਹੜੀ ਚਰਚਾ ਡਾਕਟਰ ਸਾਹਿਬ ਉਹ ਇਹ ਨਾਲ ਚੱਲਦੀ ਹੈ ਵੀ ਇਹ ਦਵਾਈ ਨਾ ਲੰਬੇ ਸਮੇਂ ਲਈ ਖਾਣੀ ਪੈਂਦੀ ਹੈ, ਵੀ ਬਾਕੀ ਦਵਾਈ ਹੁੰਦੀ ਆ 5 ਦਿਨ ਖਾਓ ਤੁਹਾਡਾ ਠੀਕ ਹੋ ਜਾਂਦਾ, ਹੋਮਿਓਪੈਥੀ ਤੁਹਾਨੂੰ ਮਹੀਨਾ 2 ਮਹੀਨਾ ਕਈ ਵਾਰੀ 3 ਮਹੀਨੇ ਵੀ ਡਾਕਟਰਸ ਖਾਣ ਨੂੰ ਕਹਿੰਦੇ ਆ। ਇਹ ਕਿੰਨੀ ਕੁ ਸਹੀ ਹੈ, ਕਿੰਨੀ ਕੁ ਗਲਤ ਵਾਲੀ ਗੱਲ ਨਹੀਂ ਹੈਗੀ, ਪਰ ਇਹ ਇਦਾਂ ਕਿਉਂ ਆ ਉਹਦੇ ਬਾਰੇ ਸਾਨੂੰ ਜਾਣਕਾਰੀ ਹੈ। ਕਾਲੋ ਸਾਹਿਬ ਇੱਕ ਮਿਸਨੋਮਰ ਹੈਗਾ ਹੋਮਿਓਪੈਥੀ ਨਾਲ ਜੁੜਿਆ ਹੋਇਆ ਕਿ ਇਹ ਲੰਬੇ ਸਮੇਂ ਤੱਕ ਲੈਣੀ ਪੈਂਦੀ ਹੈ, ਪਰ ਕਲਾਸੀਕਲ ਹੋਮਿਓਪੈਥੀ ਅਗਰ ਕੋਈ ਹੋਮਿਓਪੈਥ ਪ੍ਰੈਕਟਿਸ ਕਰਦਾ ਜਦੋਂ ਉਹ ਪੂਰੀ ਮਿਹਨਤ ਕਰਕੇ ਦਵਾਈ ਦੀ ਚੋਣ ਕਰੇਗਾ ਤਾਂ ਉਸ ਦਵਾਈ ਦੀ ਜਿਹੜੀ ਐਕਸ਼ਨ ਦੀ ਰਫ਼ਤਾਰ ਆ ਉਹ ਇੰਨੀ ਤੇਜ਼ ਹੋਏਗੀ ਕਿ ਇੰਨੀ ਹੋਰ ਕੋਈ ਦਵਾਈ ਉਹਨੂੰ ਰਾਹਤ ਨਹੀਂ ਪੇਸ਼ੈਂਟ ਨੂੰ ਦੇ ਸਕਦੀ ਜਿੰਨੀ ਤੇਜ਼ ਹੋਮਿਓਪੈਥੀ। ਪਰ ਸ਼ਰਤ ਇਹ ਹੈ ਕਿ ਦਵਾਈ ਦੀ ਸਹੀ ਸਿਲੈਕਸ਼ਨ ਹੋਈ ਹੋਵੇ, ਸਹੀ ਦਵਾਈ ਮਰੀਜ਼ ਤੱਕ ਪਹੁੰਚਦੀ ਹੋਵੇ। ਹੁਣ ਕਈ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਅਕਿਊਟ ਕੇਸਿਸ ਦੇ ਵਿੱਚ ਪੇਸ਼ੈਂਟ ਸਾਡੇ ਕੋਲ ਆਉਂਦਾ, ਦਰਦ ਹੋ ਰਹੀ ਹੈ, ਬੇਚੈਨ ਹੈਗਾ, ਚਿਹਰੇ ਦੇ ਉੱਪਰ ਹਾਵ ਭਾਵ ਇਹੋ ਜਿਹੇ ਕਿ ਮਰ ਗਿਆ ਹਾਏ ਕੀ ਬਣੂਗਾ ਹੁਣ, ਤਾਂ ਅਸੀਂ ਉਹਦੇ ਹਾਵ ਭਾਵ ਨੂੰ ਦੇਖਦੇ ਹੋਏ, ਬੋਡੀ ਲੈਂਗੁਏਜ ਨੂੰ ਦੇਖਦੇ ਹੋਏ ਤੇ ਉਹਦੇ ਲੱਛਣਾਂ ਨੂੰ ਦੇਖਦੇ ਹੋਏ ਉਹਦੇ ਤੋਂ ਜੋ 2-4 ਜਿਹੜੇ ਸਵਾਲ ਉਹ ਪੁੱਛ ਕੇ ਉਹਨੂੰ ਅਕਿਊਟ ਰੈਮਡੀ ਉੱਥੇ ਬੈਠੇ ਨੂੰ ਮੈਂ ਆਪਣੀ ਕਲੀਨਿਕ ਦੇ ਵਿੱਚ ਦੇ ਦਿੰਦਾ, ਤਾਂ ਵਿਦਿਨ ਮਿੰਟਸ ਉਹਨੂੰ ਪਤਾ ਲੱਗਦਾ ਉਹ ਸ਼ਾਂਤੀ ਆ ਗਈ ਹੈ, ਚਿਹਰੇ ਦੇ ਉੱਪਰ ਵੀ ਇੱਕਦਮ ਰਿਲੈਕਸੇਸ਼ਨ ਆ ਜਾਂਦੀ ਹੈ ਔਰ ਜਿਹੜੀ ਬੇਚੈਨੀ ਬਿਲਕੁਲ ਹਟ ਜਾਂਦੀ ਹੈ। ਬਹੁਤ ਕਿਡਨੀ ਸਟੋਨਸ ਦੇ ਕੇਸ ਆਉਂਦੇ ਹੈਗੇ ਆ, ਪੇਨ ਦੇ ਵਿੱਚ ਕਰਾ ਰਿਹਾ ਹੁੰਦਾ ਪੇਸ਼ੈਂਟ, ਇੱਥੋਂ ਫੜੇ ਹੁੰਦੇ ਉਹਨੇ ਆਪਣੀ ਸਾਈਡ ਲੈਫਟ ਜਾਂ ਰਾਈਟ ਜਿਸ ਕਿਡਨੀ ਸਟੋਨ ਆ, ਤਾਂ ਇਹ ਜਿਹੜਾ ਫੜਨਾ ਵੀ ਹੈ ਇਹ ਵੀ ਇੱਕ ਆਬਜ਼ਰਵੇਸ਼ਨ ਸਿੰਪਟਮ ਹੈ। ਇਹ ਫੜਨਾ ਅਸੀਂ ਆਬਜ਼ਰਵ ਕਰਦੇ, ਇਹਨੂੰ ਮਿਸ ਕਰਕੇ ਤਾਂ ਆਪਾਂ ਬਹੁਤ ਕੁਝ ਮਿਸ ਕਰ ਜਾਵਾਂਗੇ। ਤਾਂ ਅਸੀਂ ਅਕਿਊਟ ਸਟੇਟ ਦੇ ਵਿੱਚ ਤਾਂ ਮੈਂ ਕੋਸ਼ਿਸ਼ ਇਹੀ ਕਰਦਾ ਉੱਥੇ ਪੇਸ਼ੈਂਟ ਨੂੰ ਬਿਠਾ ਕੇ ਉੱਥੇ ਹੀ ਮੈਡੀਸਨ ਦੀ ਡੋਜ਼ ਇੱਕ ਦੇ ਦਿੰਦਾ ਤੇ ਫਿਰ 5 ਮਿੰਟਾਂ ਬਾਅਦ ਪੁੱਛਦਾ ਹਾਊ ਆਰ ਯੂ ਫੀਲਿੰਗ ਐਂਡ ਪੇਸ਼ੈਂਟ ਸੇਜ਼ ਡਾਕਟਰ ਸਾਹਿਬ ਹੁਣ ਉਹ ਉਨੀ ਬੇਚੈਨੀ ਨਹੀਂ ਹੈਗੀ, ਹੁਣ ਤਾਂ ਮੈਨੂੰ ਸਾਹ ਲੈਣ 'ਚ ਵੀ ਕੋਈ ਪ੍ਰੋਬਲਮ ਨਹੀਂ ਹੈ, ਵਿੱਚ ਤਾਂ ਪਹਿਲਾਂ ਸਾਹ ਲੈਣ ਨਾਲ ਵੀ ਤਕਲੀਫ ਹੋ ਰਹੀ ਸੀ, ਮੈਂ ਹੁਣ ਮੂਵ ਅਰਾਊਂਡ ਵੀ ਕਰ ਸਕਦਾ, ਅਦਰਵਾਈਜ਼ ਤਾਂ ਮੈਂ ਤਾਂ ਇੱਕ ਸਟੈਚੂ ਬਣਿਆ ਸੀ, ਮੈਂ ਤਾਂ ਹਿੱਲ ਵੀ ਨਹੀਂ ਸਕਦਾ। ਇਹ ਸਾਰੀ ਮੋਡੈਲਿਟੀਜ਼ ਨੇ। ਇਹ ਬੜਿਆਂ ਲਈ ਨਵੀਂ ਗੱਲ ਹੋਊਗੀ ਹੋਮਿਓਪੈਥੀ ਪ੍ਰਤੀ। ਹੋਮਿਓਪੈਥੀ ਇਟ ਵਰਕਸ ਰਾਈਟ ਵੇ ਇਫ ਦ ਰੈਮਡੀ ਇਜ਼ ਰਾਈਟਲੀ ਸਿਲੈਕਟਡ। ਪਰ ਜੇ ਉਹਦਾ ਸਿਲੈਕਟ ਕਰਨੀ ਆ, ਕਿਉਂ ਬਣੀ ਆ ਵੀ ਇਹ 6 ਮਹੀਨੇ ਦਵਾਈ ਖਾਣੀ ਪੈਣੀ ਆ? ਉਹੀ ਨਾ ਜੀ, ਮਿਥਸ ਕਰਕੇ ਬਣੀ ਆ। ਜਿਹੜੇ ਕਲਾਸੀਕਲ ਹੋਮਿਓਪੈਥੀ ਨਹੀਂ ਪ੍ਰੈਕਟਿਸ ਕਰਦੇ ਉਹ ਪ੍ਰੈਕਟੀਸ਼ਨਰਸ ਜਿਹੜੇ ਜਿਵੇਂ ਪਹਿਲਾਂ ਦੱਸਿਆ ਵੀ ਜੇ ਸਿਰ ਦੁਖਦਾ ਸਿਰ ਦਾ ਚੈਪਟਰ ਖੋਲ ਕੇ ਦਵਾਈ ਦਿੱਤੀ, ਜੇ ਕਿਸੇ ਦਾ ਢਿੱਡ ਦੁਖਦਾ ਤਾਂ ਢਿੱਡ ਦਾ ਚੈਪਟਰ ਖੋਲ ਕੇ ਉਹਨਾਂ ਨੇ ਲੋਕਲ ਚੀਜ਼ ਦੇਖ ਲਈ, ਗਲੋਬਲ ਨਹੀਂ ਦੇਖਿਆ। ਸੋ ਯੂ ਹੈਵ ਟੂ ਸੀ ਗਲੋਬਲ ਇਫੈਕਟ ਔਨ ਦ ਪੇਸ਼ੈਂਟ ਵੈਨ ਯੂ ਆਰ ਸਿਲੈਕਟਿੰਗ ਦ ਰੈਮਡੀ ਫॉर ਅ ਲੋਕਲ ਸਿਮਟਮ ਔਰ ਅ ਲੋਕਲ ਡਿਜ਼ੀਜ਼ ਇਨ ਦ ਬਾਡੀ ਆਫ ਦ ਹਿਊਮਨ। ਜੇ ਕੋਈ ਵੀ ਪੇਸ਼ੈਂਟ ਤੁਹਾਡੇ ਕੋਲ ਦਵਾਈ ਲੈਣ ਆਉਂਦਾ, ਆਖਰੀ 1 ਮਿੰਟ ਦੇ ਵਿੱਚ ਆਪਾਂ ਇਹਨੂੰ ਸਮਾਪਤੀ ਕਰ ਦਿੰਦੇ ਡਾਕਟਰ ਸਾਹਿਬ, ਕਿੰਨੇ ਚਿਰ ਜਿਵੇਂ ਮਿੱਥ ਬਣੀ ਲੈ ਕੇ ਆਊਗਾ ਵੀ ਮੈਨੂੰ 6 ਮਹੀਨਿਆਂ ਦਵਾਈ ਖਾਣੀ ਪਏ, ਤੁਸੀਂ ਕੀ ਰეკਮੈਂਡ ਕਰੋਗੇ ਵੀ ਠੀਕ 15 ਦਿਨਾਂ ਦੇ ਵਿੱਚ ਠੀਕ ਹੋ ਜੂ ਬੰਦਾ, 20 'ਚ ਜਾਂ 1 ਮਹੀਨੇ ਦੇ ਵਿੱਚ? ਕਾਲੋ ਸਾਹਿਬ ਹਰ ਇੱਕ ਪੇਸ਼ੈਂਟ ਆਪਣੇ ਇੱਕ ਡਿਫਰੈਂਟ ਲੈਵਲ ਆਫ ਹੈਲਥ ਦੇ ਉੱਪਰ ਫੰਕਸ਼ਨ ਕਰਦਾ ਪਿਆ, ਸਾਰੇ ਇੱਕੋ ਜਿਹੇ ਨਹੀਂ ਕਰਦੇ ਪਏ। ਜਿਵੇਂ ਆਪਾਂ ਇੱਥੇ ਕਿਤਾਬਾਂ ਰੱਖ ਦਈਏ, ਇੱਕ ਉੱਪਰ ਉਹਦੇ ਲੇਅਰਸ ਬਣਾ ਕੇ ਇੱਥੇ ਤੱਕ ਲੇਅਰ ਆ ਗਈ, 10 ਕਿਤਾਬਾਂ ਰੱਖੀਆਂ, ਤਾਂ ਇਸੇ ਤਰ੍ਹਾਂ ਡਿਜ਼ੀਜ਼ ਦੀ ਵੀ ਲੇਅਰ ਬਣੀਆਂ ਹੁੰਦੀਆਂ। ਸਭ ਤੋਂ ਕਰੋਨਿਕ ਡਿਜ਼ੀਜ਼ ਆ ਥੱਲੇ, ਉਸ ਤੋਂ ਉੱਪਰ ਬਣਦੀਆਂ ਜਾਂਦੀਆਂ। ਜਦੋਂ ਤੁਸੀਂ ਉਹਨੂੰ ਟ੍ਰੀਟ ਕਰਨਾ, ਹਰ ਇੱਕ ਪੇਸ਼ੈਂਟ ਦੂਜੇ ਤੋਂ ਵੱਖਰਾ ਹੈਗਾ, ਤਾਂ ਜਿਹੜਾ ਸਭ ਤੋਂ ਪੁਰਾਣਾ ਪੇਸ਼ੈਂਟ ਕਈ ਤਕਲੀਫਾਂ ਨਾਲ ਜੂਝ ਰਿਹਾ ਹੈਗਾ ਤਾਂ ਉਹਦੀ ਜਿਹੜੀ ਪ੍ਰੋਗਨੋਸਿਸ ਆ ਉਹ ਉਨਾ ਚੰਗਾ ਨਹੀਂ ਹੋਏਗਾ ਜਿੰਨਾ ਕਿ ਇੱਕ ਪੇਸ਼ੈਂਟ ਹੈਗਾ ਸਿਰਫ ਹਾਲੇ ਉਹ ਮਹੀਨੇ 2 ਮਹੀਨੇ ਤੋਂ ਹੀ ਗ੍ਰਸਿਤ ਹੈ। ਸੋ ਹਰ ਇੱਕ ਪੇਸ਼ੈਂਟ ਦੇ ਲੈਵਲ ਆਫ ਹੈਲਥ ਜਿਹੜਾ ਹੈਗਾ ਉਹਨੂੰ ਵਾਚ ਕਰਦਿਆਂ ਹੋਇਆ ਦਵਾਈ ਦੀ ਚੋਣ ਹੁੰਦੀ ਆ। ਉਹ ਦਵਾਈ ਜਿਹੜੀ ਕਰੋਨਿਕ ਕੇਸ ਦੇ ਵਿੱਚ ਕੰਮ ਕਰੇਗੀ ਉਹਨੂੰ ਥੋੜਾ ਲੰਮੇ ਸਮੇਂ ਤੱਕ ਦਵਾ ਲੈਣੀ ਪਏਗੀ। ਜਿਹੜਾ ਅਕਿਊਟ ਆ ਕੁਝ ਚਿਰ ਤੋਂ ਜਿਹਨੂੰ ਪ੍ਰੋਬਲਮ ਆਈ ਆ ਉਹਨੂੰ ਥੋੜੇ ਸਮੇਂ ਵਾਸਤੇ ਲੈਣੀ ਪਏਗੀ। ਸੋ ਇਸ ਤਰ੍ਹਾਂ ਕਰਕੇ ਹਰ ਇੱਕ ਨੂੰ ਆਪਾਂ ਸੇਮ ਵੇ ਨਾਲ ਨਹੀਂ ਕਹਿ ਸਕਦੇ ਕਿ ਇਹਨੇ 15 ਦਿਨਾਂ 'ਚ ਠੀਕ ਹੋ ਜਾਣਾ, ਨੇ 20 ਦਿਨਾਂ 'ਚ ਠੀਕ ਹੋ ਜਾਣਾ। ਡਿਪੈਂਡ ਕਰਦਾ ਉਹਦੀ ਕਰੋਨਿਸਿਟੀ ਡਿਜ਼ੀਜ਼, ਜਿੰਨੀ ਜੜ ਬਿਮਾਰੀ ਦੀ ਡੂੰਘੀ ਆ ਉਹਨਾਂ ਵੱਧ ਸਮਾਂ ਉਹਨੂੰ ਠੀਕ ਹੁੰਦੇ ਲੱਗੂਗਾ। ਜਿੰਨੀ ਕਰੋਨਿਕ ਡਿਜ਼ੀਜ਼, ਜਿੰਨੀ ਕਰੋਨਿਕ ਆ, ਜਿੰਨੇ ਕੋਈ 10 15 20 ਸਾਲਾਂ ਤੋਂ ਗ੍ਰਸਿਤ ਹੈਗੇ ਆ ਔਰ ਔਨ ਟੌਪ ਆਫ ਦੈਟ ਉਹਨਾਂ ਨੇ ਸਪਰੈਸਿਵ ਟ੍ਰੀਟਮੈਂਟਸ ਹੀ ਕੀਤੀਆਂ ਹੈਗੀਆਂ, ਕਿਊਰੇਟਿਵ ਟ੍ਰੀਟਮੈਂਟ ਤਾਂ ਕੀਤੀ ਨਹੀਂ ਹੈਗੀ। ਤਾਂ ਉਹ ਡਿਜ਼ੀਜ਼ ਦੇ ਉੱਪਰ ਇੱਕ ਹੋਰ ਡਿਜ਼ੀਜ਼ ਦੀ ਲੇਅਰ ਵਿਦ ਦ ਪੈਸੇਜ ਆਫ ਟਾਈਮ ਬਣਦੀ ਜਾਂਦੀ ਹੈ। ਤੇ ਉਹ ਲੈਵਲ ਆਫ ਹੈਲਥ ਉਸ ਮਨੁੱਖ ਦਾ ਬਹੁਤ ਨੀਵਾਂ ਹੈਗਾ, ਉਸ ਨੂੰ ਨੀਵੇਂ ਲੈਵਲ ਆਫ ਹੈਲਥ ਨੂੰ ਉੱਪਰ ਚੱਕਣਾ ਉਹ 'ਤੇ ਟਾਈਮ ਲੱਗੇਗਾ। ਜਿਹੜਾ ਆਲਰੇਡੀ ਉੱਪਰਲੇ ਲੈਵਲ 'ਤੇ ਫੰਕਸ਼ਨ ਕਰਦਾ ਪਿਆ ਤਾਂ ਅਕਿਊਟ ਡਿਜ਼ੀਜ਼ 'ਚ ਹੁਣੇ ਉਹਨੂੰ ਆਈ ਹੈ 10 15 20 ਦਿਨ ਮਹੀਨੇ ਤੋਂ, ਤਾਂ ਉਹਨੂੰ ਈਜ਼ੀ ਹੈ ਕਿਉਰ ਕਰਨਾ ਰਾਦਰ ਦੈਨ ਦਾ ਵਨ ਹੂ ਇਜ਼ ਵਿਦ ਅ ਕ੍ਰੋਨਿਕ ਪ੍ਰੋਬਲਮ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਅੱਜ ਲਈ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਹੋਮਿਓਪੈਥੀ ਡਾਕਟਰ RS ਸੈਣੀ ਸਾਡੇ ਨਾਲ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਅੱਗੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।